ਫਿਰ ਉਹੀ ਹੋਇਆ ਜੋ ਤੁਸੀਂ ਸੋਚ ਰਹੇ ਹੋ। ਤੁਹਾਨੂੰ ਪਤਾ ਹੀ ਆ, ਪੰਜਾਬੀ ਲੋਕ ਗਾਣ ਵਾਲੇ ਨੂੰ ਤਾਂ ਹੀਰੋ ਸਮਝਦੇ ਆ, ਤੇ ਅੱਜ ਦਾ ਯੂਥ ਤਾਂ ਜਿਵੇਂ ਚੱਲਦਾ ਹੀ ਇਹਨਾਂ ਦੇ ਕਹੇ ਤੇ ਆ। ਕੁਝ ਅਜਿਹਾ ਹੀ ਹੋਇਆ ਮੇਰੇ ਨਾਲ ਵੀ। ਇੱਕ ਵੱਡੀ ਕੰਪਨੀ ਜਿਸ ਦਾ ਨਾਮ ਸੀ ਡਰੱਗ ਰੈਕਡ ਮੈਨੂੰ ਇੱਕ ਦਿਨ ਸਟੂਡੀਓ ਲੈ ਗਈ ਤੇ ਆ ਕੂਲ ਲਿਪਾਂ ਵਾਲਾ ਗਾਣਾ ਗਵਾਤਾ। ਉੱਥੇ ਇੱਕ ਮਿਊਜ਼ਿਕ ਕਰਨ ਵਾਲਾ ਪਜਾਮਾ ਜਿਹਾ ਪਾਈ ਬੈਠਾ ਸੀ, ਟੋਪੀ ਉਹਨੇ ਲਈ ਹੋਈ, ਆਪਣੀ ਹੀ ਬੀਟ ਤੇ ਨੱਚੀ ਜਾਵੇ, ਤੇ ਕਹਿੰਦਾ ਬ్రో ਇਹ ਮੈਂ ਖਾਸ ਤੁਹਾਡੇ ਲਈ ਲੱਭੀ ਆ ਕਿਤੋਂ। ਮੈਂ ਸੋਚਾਂ ਵੀ ਇਹ ਤਾਂ ਕਹਿੰਦੇ ਹੁੰਦੇ ਆ ਵੀ ਅਸੀਂ ਬਣਾਉਨੇ ਆ, ਤਾਂ ਮੈਂ ਸੋਚਿਆ ਵੀ ਚਲੋ ਹੋਊ ਕੁਝ। ਮੈਂ ਕਿਹਾ ਦੱਸੋ ਭਾਈ ਕਰਾਂ ਕੀ। ਕਹਿੰਦਾ ਬਸ ਤੁਸੀਂ ਗਾ ਦਿਓ ਸਾਰਾ ਗਾਣਾ, ਮਾਈਕ ਮੈਂ ਤੁਹਾਨੂੰ ਲਾ ਦਿੰਨਾ, ਹਲੇ ਡੰਮੀ ਤਿਆਰ ਕਰਦੇ ਆ। ਮੈਂ ਕਿਹਾ ਓਕੇ ਚਲੋ ਲਾਓ ਤੇ ਮੈਨੂੰ ਸੁਰ ਦਿਓ। ਉਹਨੇ ਕਿਹਾ ਉਹ ਕਿਵੇਂ ਦਈਦਾ। ਮੈਨੂੰ ਭੰਗੜੇ ਦੀਆਂ ਬੋਲੀਆਂ ਤੋਂ ਆਦਤ ਸੀ ਅਲਗੋਜ਼ੇ ਚੋਂ ਸੁਰ ਲੈਣ ਦੀ, ਹੁਣ ਇਹਨੂੰ ਕੌਣ ਦੱਸੇ ਵੀ ਅਲਗੋਜ਼ੇ ਕੀ ਹੁੰਦੇ ਆ। ਮੈਂ ਕਿਹਾ ਚੱਲ ਤੂੰ ਲਾ, ਮੈਂ ਗਾ ਦਿੰਨਾ ਜੋ ਵੀ ਗਾਣਾ। ਹੈੱਡਫੋਨ ਤੇ ਜਦੋਂ ਉਹਨੇ ਬੀਟ ਲਾਈ, ਮੈਂ ਉਹਦੇ ਨਾਲ ਪੰਜਾ ਮਾਰ ਕੇ ਬੀਟ ਫੜੀ ਤੇ ਸਾਰਾ ਗੀਤ ਗਾ ਕੇ ਚਲਾ ਗਿਆ। ਥੋੜੇ ਦਿਨਾਂ ਬਾਅਦ ਸਵੇਰੇ ਜਦੋਂ ਮੈਂ ਫੋਨ ਚੱਕਿਆ, ਫੋਨ ਮੈਸੇਜ ਨਾਲ ਭਰਿਆ ਪਿਆ ਸੀ। ਮੈਂ ਇਹਦੇ ਨੂੰ ਦੱਸਿਆ ਵੀ ਆਹ ਸਾਲਾ ਕੀ ਚੱਕਰ ਪੈ ਗਿਆ, ਤਾਂ ਉਹ ਫਿਰ ਕਹਿੰਦਾ ਘਬਰਾ ਨਾ, ਮੈਸੇਜ ਪੜ੍ਹ ਕਾਹਦੇ ਆ। ਜਦ ਦੇਖੇ ਮੇਰੇ ਗਾਣੇ ਦੇ ਸੀ। ਸਭ ਨੇ ਕਿਹਾ ਬਾਈ ਜੀ ਅੱਤ ਕਰਾਤੀ। ਮੈਂ ਹੈਰਾਨ ਵੀ ਕੂਲ ਲਿਪਾਂ ਵਾਲੇ ਗਾਣੇ 'ਚ ਕੀ ਅੱਤ ਕਰਾਤੀ, ਪਰ ਚਲੋ ਜੋ ਵੀ ਸੀ। ਸਭ ਤੋਂ ਵੱਧ ਹੈਰਾਨੀ ਉਦੋਂ ਹੋਈ ਜਦ ਮੈਂ ਗਾਣਾ ਸੁਣਿਆ। ਉਹ ਘੁੱਗੂ ਜਿਹੇ ਨੇ ਮੇਰੀ ਸਾਰੀ ਆਵਾਜ਼ ਹੀ ਬਦਲੀ ਪਈ ਸੀ। ਮੈਨੂੰ ਆਪਣੀ ਆਵਾਜ਼ ਸੁਣ ਕੇ ਹੀ ਬੜੀ ਖੁਸ਼ੀ ਹੋ ਰਹੀ ਸੀ। ਪਹਿਲੀ ਵਾਰ ਇਦਾਂ ਬੀਟ ਨਾਲ ਮਿਊਜ਼ਿਕ ਨਾਲ ਸੁਣੀ ਸੀ, ਬੜਾ ਸਵਾਦ ਆਇਆ। ਸਾਲਾ ਇੰਦਾ ਵੀ ਸੁਣੀ ਜਾਵੇ ਤੇ ਹੈਰਾਨ ਹੋਈ ਜਾਵੇ। ਉਧਰੋਂ ਜਿਹੜੇ ਸ਼ਰੀਕ ਨੇ ਮੇਰੇ ਪਿਓ ਨੂੰ ਤਸਕਰ ਕਹਿ ਕੇ ਰਿਸ਼ਤਾ ਤੜਵਾਇਆ ਸੀ, ਉਹਦੇ ਪੁੱਤ ਦਾ ਫੋਨ ਆਇਆ, ਵੀਰੇ ਪਹਿਚਾਣਿਆ, ਮੈਂ ਵੀ ਤੁਹਾਡੇ ਮੁਹੱਲੇ 'ਚ ਹੀ ਰਹਿਣਾ, ਛੋਟੇ ਹੁੰਦੇ ਆਪਾਂ ਇਕੱਠੇ ਖੇਡਦੇ ਸੀ। ਉਧਰੋਂ ਮਾਂ ਦਾ ਫੋਨ ਆ ਗਿਆ ਕਿ ਇਹ ਕੀ ਗਾਤਾ ਤੂੰ। ਰਿਸ਼ਤੇਦਾਰ ਵੀ ਉੱਪਰੋਂ ਗਲਤ ਨਹੀਂ ਕਹਿ ਰਹੇ ਸੀ, ਸਗੋਂ ਵਧਾਈ ਦੇ ਰਹੇ ਆ ਕਿ ਮੁੰਡੇ ਦਾ ਗਾਣਾ ਚੱਲ ਪਿਆ। ਮੈਂ ਕਿਹਾ ਮਾਤਾ ਮੈਂ ਤਾਂ ਐਵੇਂ ਖੱਪ ਕੀਤੀ ਸੀ, ਮੈਨੂੰ ਵੀ ਨਹੀਂ ਸੀ ਪਤਾ ਕਿ ਕੰਮ ਚੱਲ ਪੂ ਇੰਨਾ। ਫਿਰ ਕੀ ਸੀ, ਸੋਹੀ ਸਾਹਿਬ ਦਾ ਫੋਨ ਆਇਆ, ਬੱਬੂ ਬੱਲਿਓ ਤੇਰੇ ਸਟਾਰ ਹੋ ਗਿਆ ਤੂੰ ਤਾਂ, ਸਾਡੇ ਲਈ ਵੀ ਟਾਈਮ ਕੱਢ ਲਿਆ ਕਰ ਹੁਣ। ਮੈਂ ਹੈਰਾਨ ਵੀ ਇੱਕਦਮ ਦੁਨੀਆ ਬਦਲ ਕਿਉਂ ਗਈ ਆ। ਆਪਾਂ ਤਾਂ ਰਾਤੋਂ ਰਾਤ ਸਾਹਿਰ ਜਾਂ ਸ਼ਿਵ ਵਾਲਾ ਕੰਮ ਕਰਤਾ। ਸਾਲੇ ਐਵੇਂ ਹੀ ਕਿਤਾਬਾਂ ਪੜ੍ਹੀ ਗਏ ਪਾਗਲਾਂ ਵਾਂਗੂ। ਲੋਕਾਂ ਨੇ ਤਾਂ ਨਸ਼ੇ ਪੱਤੇ ਦੀ ਗੱਲ ਸੁਣਨੀ ਸੀ, ਇਹ ਤਾਂ ਕਿੰਨਾ ਟਾਈਮ ਪਹਿਲਾਂ ਹੀ ਸੁਣਾ ਦਿੰਦਾ ਮੈਂ। ਫੇਰ ਕੀ ਸੀ, ਡਰੱਗ ਰੈਕਡ ਵਾਲੇ ਆਏ ਮੇਰੇ ਕੋਲ ਤੇ ਕਹਿੰਦੇ ਛੇਤੀ ਤਿਆਰ ਹੋ ਜਾਓ, ਕੱਪੜੇ ਤੁਹਾਡੇ ਗੱਡੀ 'ਚ ਪਏ ਆ। ਕੱਪੜੇ ਬੜੇ ਅਜੀਬ ਸੀ, ਇੱਕ ਖੁੱਲੀ ਜਿਹੀ ਜੀਨ ਸੀ ਤੇ ਉਸ ਤੋਂ ਖੁੱਲੀ ਟੀ-ਸ਼ਰਟ, ਤੇ ਮੈਨੂੰ ਇੱਕ ਮੋਟੀ ਸਾਰੀ ਸੋਨੇ ਰੰਗੀ ਚੈਨ ਦੇ ਕੇ ਕਹਿੰਦੇ ਬੱਬੂ ਜੀ ਇਹ ਗਲ 'ਚ ਪਾ ਲਓ। ਮੈਂ ਕਿਹਾ ਇਹ ਕੀ ਆ। ਕਹਿੰਦੇ ਪਾਉਣੀ ਪੈਣੀ ਆ, ਇਹਦੇ ਨਾਲ ਲੁੱਕ ਘੈਂਟ ਲੱਗੂ। ਮੈਂ ਕਿਹਾ ਚਲੋ ਪਾ ਲੈਂਦੇ ਆ। ਫਿਰ ਮੈਨੂੰ ਇੱਕ ਇੰਟਰਵਿਊ 'ਚ ਲੈ ਗਏ, ਕਹਿੰਦੇ ਤੂੰ ਬਸ ਇੰਨਾ ਹੀ ਕਹਿਣਾ ਕਿ ਮੈਂ ਬਹੁਤ ਮਾੜਾ ਟਾਈਮ ਦੇਖਿਆ ਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਕੰਮ 'ਚ ਆਇਆ, ਹੁਣ ਮੇਰੀ ਬਾਬੇ ਨੇ ਬਾਂਹ ਫੜ ਲਈ ਆ। ਮੈਂ ਸੋਚਾਂ ਗੱਲਾਂ ਤਾਂ ਤਿੰਨੋਂ ਸੱਚੀਆਂ ਹੀ ਨੇ, ਪਰ ਇਹ ਮਿਹਨਤ ਮੇਰੀ ਅਜਿਹੇ ਨਸ਼ਿਆਂ ਵਾਲੇ ਗੀਤਾਂ ਲਈ ਤਾਂ ਨਹੀਂ ਸੀ। ਫਿਰ ਮੈਂ ਸੋਚਿਆ ਠੀਕ ਆ, ਕਿੰਨੇ ਸਾਲ ਸੋਚਦੇ ਰਹੇ ਕਿ ਮਸ਼ਹੂਰ ਹੋਵਾਂਗੇ, ਹੁਣ ਜਦ ਹੋ ਹੀ ਗਏ ਆ ਤਾਂ ਉਹੀ ਕਰਦੇ ਆ ਨਾ ਜੋ ਲੋਕ ਕਰਾਉਣਾ ਚਾਹੁੰਦੇ ਆ। ਫਿਰ ਕੀ ਸੀ, ਇੱਕ ਤੋਂ ਬਾਅਦ ਇੱਕ ਗਾਣਾ, ਕੋਈ ਦਾਰੂ ਤੇ, ਕੋਈ ਭੁੱਕੀ ਤੇ, ਕੋਈ 8 ਗਾਣੇ ਕੱਢੇ। ਕੈਸਟ ਦਾ ਨਾਮ ਸੀ ਸਮਾਨ। ਲੋਕੀ ਪਾਗਲ ਹੋ ਗਏ। ਸਾਰੇ ਪੰਜਾਬ 'ਚ ਹੀ ਮੇਰੇ ਗੀਤ ਚੱਲਣ, ਗੱਡੀਆਂ 'ਚ, ਡੀਜੇ ਤੇ, ਘਰਾਂ 'ਚ, ਮੋਬਾਈਲਾਂ 'ਚ। ਸਮਾਨ ਐਲਬਮ ਨੇ ਰਿਕਾਰਡ ਤੋੜ ਕੰਮ ਕੀਤਾ। ਕੰਪਨੀ ਨੂੰ ਲੱਖਾਂ ਦਾ ਨਹੀਂ ਕਰੋੜਾਂ ਦਾ ਫਾਇਦਾ ਹੋਇਆ। ਦੂਜੀ ਐਲਬਮ ਦਾ ਨਾਮ ਸੀ ਅਸਲਾ। ਉਹਦੇ 'ਚ 8 ਗਾਣੇ ਅਲੱਗ-ਅਲੱਗ ਤਰ੍ਹਾਂ ਦੇ ਹਥਿਆਰਾਂ ਬਾਰੇ ਕੱਢੇ। ਮੇਰਾ ਤਾਂ ਮਨ ਸੀ ਕਿ ਇੱਕ ਗੀਤ ਮਾਂ ਦਾ ਹੋਵੇ ਜਿਹਦਾ ਮੈਂ ਇੰਨਾ ਕਰਦਾ ਆ, ਕੋਈ ਸੈਡ ਸੌਂਗ ਹੋਵੇ ਕਿ ਖੁਸ਼ੀ ਸੁਣ ਲਵੇ। ਪਰ ਕੰਪਨੀ ਵਾਲੇ ਕਹਿ ਰਹੇ ਸੀ ਬੱਬੂ ਜੀ ਤੁਸੀਂ ਜਸਟ ਕਮਰਸ਼ੀਅਲ ਸੋਚੋ, ਉਹੀ ਵੇਚੋ ਜਿਹੜੀ ਚੀਜ਼ ਯੂਥ ਮੰਗ ਰਹੀ ਆ। ਜਦ ਯੂਥ ਬਾਜ਼ਾਰ 'ਚ ਕਾਫੀ ਪੀਣਾ ਚਾਹੁੰਦੀ ਆ ਤਾਂ ਆਪਾਂ ਚਾਹ ਵਾਲਾ ਖੋਖਾ ਕਿਉਂ ਖੋਲੀਏ। ਲੈਟਸ ਹੇਅਰ ਅ ਕਾਫੀ ਸ਼ਾਪ। ਬਸ ਇਹ 2 ਐਲਬਮਾਂ ਨੇ ਤਾਂ ਮੈਨੂੰ ਨੌਜਵਾਨਾਂ ਦਾ ਉਸਤਾਦ ਬਣਾ ਦਿੱਤਾ। ਸਮਝ ਨਾ ਆਇਆ ਕਰੇ ਇਹ ਮੁੰਡੇ ਜਿਨ੍ਹਾਂ ਨੂੰ ਮੈਂ ਨਸ਼ੇ ਪੱਤੇ ਜਾਂ ਹਥਿਆਰ ਵਰਤਣ ਬਾਰੇ ਕਹਿ ਰਿਹਾ, ਇਹ ਮੇਰੇ ਟੈਟੂ ਬਣਵਾ ਰਹੇ ਨੇ, ਮੇਰੀਆਂ ਫੋਟੋਆਂ ਗੱਡੀਆਂ ਤੇ ਲਾ ਰਹੇ ਨੇ ਤੇ ਮੇਰੇ ਸ਼ੋਅ 'ਚ ਕਿੰਨੀ ਦੂਰੋਂ ਮੈਨੂੰ ਦੇਖਣ ਆਉਂਦੇ ਨੇ। ਹੁਣ ਮੈਨੂੰ ਆਪਣੇ ਆਪ ਤੇ ਹੀ ਸ਼ੱਕ ਜਿਹਾ ਹੋ ਗਿਆ ਕਿ ਬੱਬੂ ਤੂੰ ਦੁਨੀਆ ਬਦਲਣ ਆਇਆ ਹੈ। ਦੁਨੀਆ ਆਹੀ ਸੁਣਨਾ ਚਾਹੁੰਦੀ ਸੀ। ਅੱਜ ਸ਼ਿਵ, ਪਾਸ਼ ਜਾਂ ਸਾਹਿਰ ਨਹੀਂ, ਲੋਕਾਂ ਨੂੰ ਬੱਬੂ ਚਾਹੀਦਾ ਹੈ। ਇਹੀ ਤਾਂ ਮਿਲਿਆ ਸੀ ਇਹਨਾਂ ਲੋਕਾਂ ਨੂੰ ਵੀ, ਉਹੀ ਤਾਂ ਆਪਾਂ ਨੂੰ ਵੀ ਮਿਲ ਰਿਹਾ। ਤੇ ਬਸ ਫੇਰ ਕੀ ਸੀ, ਕੰਮ ਹੀ ਬਹੁਤ ਸੌਖਾ ਸੀ। ਸਵੇਰੇ ਫੋਟੋ ਪਾ ਦੇਣੀ ਲਵ ਯੂ ਫੈਨਸ ਲਿਖ ਕੇ, ਸ਼ਾਮ ਤੱਕ ਲੋਕਾਂ ਦੇ ਮੈਸੇਜ ਤੇ ਕਮੈਂਟ ਪੜ੍ਹਦੇ ਰਹਿਣਾ। ਸੋਹੀ ਸਾਹਿਬ ਵੀ ਖੁਸ਼ ਸੀ ਕਿਉਂਕਿ ਆਪਣੇ ਨਸ਼ਿਆਂ ਵਾਲੇ ਗਾਣਿਆਂ ਕਰਕੇ ਬਹੁਤ ਸਮਾਨ ਵਿਕ ਰਿਹਾ ਸੀ, ਪਰ ਹੁਣ ਇਹਦਾ ਇਕੱਲਾ ਹੀ ਸੰਭਾਲਦਾ ਸੀ। ਖੁਸ਼ ਉਹ ਵੀ ਪੂਰਾ ਸੀ, ਬਸ ਕਹਿੰਦਾ ਰਹਿੰਦਾ ਸੀ ਲੋਕਾਂ ਮੂਹਰੇ ਹੋਵੇਗਾ ਬੱਬੂ, ਸਾਡਾ ਤਾਂ ਉਹੀ ਸਮਾਨ ਪਾਰਟਨਰ ਆ ਹਲੇ ਵੀ। ਮੈਂ ਵੀ ਹੁਣ ਡੋਜ਼ ਵਧਾ ਦਿੱਤੀ ਸੀ, ਬੜਾ ਸਵਾਦ ਆ ਰਿਹਾ ਸੀ। ਮੈਂ ਹੈਰਾਨ ਸੀ, ਜਿਸ ਦਿਨ ਦੀ ਮਿਹਨਤ ਕਰਨੀ ਛੱਡੀ ਸੀ ਸਾਲੀ ਜ਼ਿੰਦਗੀ ਸਹੀ ਰਾਹ ਪੈ ਗਈ ਸੀ। ਨਹੀਂ ਤਾਂ 20 ਟੈਨਸ਼ਨਾਂ, ਆਹ ਤਾਂ ਜ਼ਿੰਦਗੀ ਆਪਣੇ ਬਹੁਤ ਹੱਕ 'ਚ ਸੀ। ਹੁਣ 1-2 ਆਫਰ ਮੈਨੂੰ ਬੰਬੇ ਤੋਂ ਆਏ, ਫਿਲਮਾਂ ਵਾਲੇ ਗੀਤ ਚਾਹੀਦੇ ਸੀ। ਮੈਂ ਲਿਖ ਕੇ ਲੈ ਗਿਆ। ਉਹਨਾਂ ਨੇ ਕਿਹਾ ਸ਼ਾਇਰੀ ਨਾ ਪਾਓ ਸਰ ਇਹਦੇ 'ਚ, ਪਲੀਜ਼ ਉੱਦਾਂ ਦੇ ਹੀ ਗੀਤ ਲਿਖੋ ਜਿੱਦਾਂ ਦੀਆਂ ਤੁਹਾਡੀਆਂ 2 ਐਲਬਮਾਂ ਆਈਆਂ ਨੇ। ਮੈਂ ਜਦੋਂ ਉੱਦਾਂ ਦੇ ਗਾਏ ਤਾਂ ਉਹ ਫਿਲਮਾਂ ਅਸਲ 'ਚ ਚੱਲੀਆਂ ਹੀ ਮੇਰੇ ਗੀਤਾਂ ਤੋਂ।
ਹੁਣ ਮੈਨੂੰ ਪੂਰੇ ਦੇਸ਼ 'ਚ ਲੋਕ ਜਾਣਨ ਲੱਗੇ ਸੀ। ਦਿੱਲੀ, ਹਰਿਆਣਾ, ਹਿਮਾਚਲ, ਬੰਬੇ, ਪੰਜਾਬ ਤਾਂ ਸਿਰਾ ਹੀ ਹੋਇਆ ਪਿਆ ਸੀ। ਐਨੇ ਬਾਡੀਗਾਰਡ, ਐਨੇ ਸੋਹਣੇ ਹੋਟਲ ਰਹਿਣ ਨੂੰ, ਰੇਂਜ ਰੋਵਰ ਮੇਰੇ ਕੋਲ ਗੱਡੀ ਸੀ। ਬਸ ਰੱਬ ਨੇ ਦਿਨ ਹੀ ਬਦਲ ਦਿੱਤੇ ਸੀ। ਮਾਂ ਪਿਓ ਨੂੰ ਮੈਂ ਬਾਹਰ ਸੈਟਲ ਕਰ ਦਿੱਤਾ ਸੀ ਕੁਝ ਟਾਈਮ ਲਈ, ਤੇ ਭੈਣ ਬਾਰੇ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਇੱਕ ਭੈਣ ਵੀ ਹੈ। ਉਹ ਮੇਰਾ ਪੀਯੂ 'ਚ ਪੜ੍ਹਨ ਦਾ ਸੁਪਨਾ ਆਪ ਪੂਰਾ ਕਰ ਰਹੀ ਸੀ, ਉੱਥੋਂ ਲਾਅ ਦੀ ਪੜ੍ਹਾਈ ਕਰਕੇ। ਮਾਂ ਨੇ ਕਦੇ ਕੁਝ ਕਿਹਾ ਨਹੀਂ ਸੀ ਕਿ ਇੰਨੇ ਪੈਸੇ ਕਿੱਥੋਂ ਆ ਰਹੇ ਨੇ। ਬਾਪੂ ਤਾਂ ਖੁਸ਼ ਹੀ ਬਹੁਤ ਸੀ। ਬਸ ਦੋਨੋਂ ਖੁਸ਼ ਵੀ ਸੀ ਤੇ ਉਹਨਾਂ ਨੂੰ ਮੇਰੇ ਤੇ ਭਰੋਸਾ ਵੀ ਸੀ ਕਿ ਇਹ ਕੁਝ ਗਲਤ ਨਹੀਂ ਕਰ ਰਿਹਾ ਜੋ ਵੀ ਕਰ ਰਿਹਾ, ਕਿਉਂਕਿ ਇਸ ਦੇ 'ਚ ਬਹੁਤ ਚੰਗੇ ਆਦਰਸ਼ ਪਾਏ ਅਸੀਂ। ਮਾਂ ਨੂੰ ਇਹ ਸੀ ਕਿ ਜੇ ਭਟਕ ਗਿਆ ਆ ਤਾਂ ਮੁੜ ਆਊਂਗਾ। ਇੱਕ ਚੀਜ਼ ਹੋਰ ਵੀ ਬਹੁਤ ਅਜੀਬ ਹੋਈ ਇਸ ਪੂਰੇ ਦੌਰ 'ਚ। ਪਹਿਲਾਂ ਕੋਈ ਕੁੜੀ ਮੇਰੇ ਵੱਲ ਦੇਖਦੀ ਨਹੀਂ ਸੀ। ਜਦੋਂ ਦੇ ਮੇਰੇ ਗਾਣੇ ਚੱਲੇ ਸੀ ਤਾਂ ਪੂਰੇ ਖਤਾਂ ਵਰਗੇ ਮੇਰੇ ਰੂਪ ਦੀ ਤਾਰੀਫ ਤੇ ਮੈਸੇਜ ਆਉਣ ਲੱਗੇ, ਤਾਂ ਮੈਨੂੰ ਪਤਾ ਲੱਗਿਆ ਕਿ ਦੌਲਤ ਤੇ ਸ਼ੌਹਰਤ ਬੰਦੇ ਨੂੰ ਸੋਹਣਾ ਸੁਨੱਖਾ ਵੀ ਬਣਾ ਦਿੰਦੀ ਹੈ। ਲੋਕ ਉਸ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਇਹ ਇਸ ਕਰਕੇ ਮਸ਼ਹੂਰ ਹੋ ਰਿਹਾ ਹੈ ਕਿਉਂਕਿ ਇਹਦੇ ਕੱਪੜੇ ਇਦਾਂ ਦੇ ਨੇ, ਇਹਦੇ ਵਾਲ ਇਦਾਂ ਦੇ ਨੇ, ਤਾਂ ਉਹ ਹਰ ਚੀਜ਼ ਨੂੰ ਕਾਪੀ ਕਰਦੇ ਆ। ਇਸ ਦੌਰ 'ਚ ਬਹੁਤ ਇੰਟਰਵਿਊ ਹੋਏ, ਹਰੇਕ 'ਚ ਇੱਕ ਚੀਜ਼ ਕਾਮਨ, ਬੱਬੂ ਜੀ ਤੁਹਾਡੇ ਤੇ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਜ਼ਿੰਮਾ ਆਉਂਦਾ ਹੈ। ਤਾਂ ਮੈਂ ਸਮਝਾਇਆ ਕਿ ਮੇਰੇ ਗੀਤ ਜਿਵੇਂ ਦੌਰ ਦੇ ਗੀਤ ਹਨ। ਹਰ ਦੌਰ 'ਚ ਜਦ ਕੁਝ ਬਦਲਾਅ ਆਇਆ ਹੈ ਤਾਂ ਲੋਕ ਪਿਆਰਦੇ ਵੀ ਰਹੇ ਹਨ ਤੇ ਬੋਲਦੇ ਵੀ ਕਿ ਕੀ ਕਰ ਰਹੇ ਹਨ ਅੱਜ ਦੇ ਲੋਕ। ਪਰ ਮੈਨੂੰ ਪਤਾ ਮੈਂ ਬਿਲਕੁਲ ਉਹੀ ਦੇ ਰਿਹਾ ਜੋ ਸਮਾਜ ਤੋਂ ਲਿਆ ਹੈ ਤੇ ਸਮਾਜ ਨੂੰ ਜਿਸ ਦੀ ਲੋੜ ਹੈ। ਜਦ ਗੱਡੀ 'ਚੋਂ ਨਿਕਲਿਆ ਕਰਾਂ 20-25 ਮੋਟਰਸਾਈਕਲ ਪਿੱਛੇ ਲੱਗ ਜਾਇਆ ਕਰਨ। ਯਾਨੀ ਲੋਕਾਂ ਨੇ ਮੈਨੂੰ ਇਹ ਮਹਿਸੂਸ ਹੋਣ ਲਾ ਦਿੱਤਾ ਸੀ ਕਿ ਮੈਂ ਬਹੁਤ ਸਿਰਾ ਬੰਦਾ ਤੇ ਆਪਾਂ ਦੁਨੀਆ ਜਿੱਤ ਲਈ ਹੈ। ਆਪਾਂ ਜ਼ਮਾਨਾ ਬਦਲਣ ਆਏ ਸੀ, ਸਭ ਤੋਂ ਅਲੱਗ ਹਾਂ ਆਪਾਂ। ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਕਹਿਣਾ, ਕਿਉਂ ਜੀ ਬੱਬੂ, ਸਵਾਦ ਆ ਰਿਹਾ ਨਾ ਜ਼ਿੰਦਗੀ ਜਿਉਣ ਦਾ। ਸਭ ਤੋਂ ਕਮਾਲ ਦੀ ਚੀਜ਼ ਇਹ ਸੀ, ਜਿਹੜੇ ਸਿੰਗਰਾਂ ਨੂੰ ਮੈਂ ਸੁਣ ਕੇ ਗਾਉਣਾ ਸਿੱਖਿਆ ਸੀ ਉਹ ਹੁਣ ਮੇਰੇ ਗਾਣੇ ਪ੍ਰਮੋਟ ਕਰ ਰਹੇ ਸੀ। ਸ਼ਹਿਰੀ ਬਾਈ ਨੂੰ ਫੋਨ ਕੀਤੇ ਤੇ ਦੱਸਿਆ ਕਿ ਮੈਂ ਤੁਹਾਡੇ ਗਾਣੇ ਸੁਣਦਾ ਰਿਹਾ, ਪਰ ਪਤਾ ਨਹੀਂ ਕੀ ਸੀ, ਬਾਕੀ ਸਭ ਖੁਸ਼ ਹੋ ਜਾਂਦੇ ਸੀ। ਬਸ ਇੱਕ ਉਹੀ ਬੰਦਾ ਮੈਨੂੰ ਕਹਿੰਦਾ ਸੀ, ਤੂੰ ਯੂਥ ਨੂੰ ਸਮਝਾ ਤਾਂ ਰਿਹਾ ਗੀਤਾਂ ਰਾਹੀਂ, ਪਰ ਤੈਨੂੰ ਸਮਝਾਉਣਾ ਕਿਸੇ ਨੇ ਗਲਤ ਸਿਖਾ ਦਿੱਤਾ ਹੈ। ਇਸ ਨੂੰ ਸਮਝਾਉਣਾ ਨਹੀਂ, ਕੁਰਾਹੇ ਪਾਉਣਾ ਕਹਿੰਦੇ ਹਨ। ਸਮਝਾਉਣਾ ਹੁੰਦਾ ਉਹਨਾਂ ਵਰਗੇ ਹੀ ਹੋ ਕੇ ਉਹਨਾਂ ਨੂੰ ਕੋਈ ਮੈਸੇਜ ਵੀ ਦਿੱਤਾ ਜਾਵੇ, ਪਰ ਤੂੰ ਸਿਰਫ ਉਹਨਾਂ ਵਰਗਾ ਹੋ ਰਿਹਾ, ਮੈਸੇਜ ਕੋਈ ਨਹੀਂ ਦੇ ਰਿਹਾ। ਇਹ ਗੱਲ ਜਦ ਮੈਂ ਇੰਦੇ ਨੂੰ ਦੱਸੀ ਕਿ ਮੈਂ ਬਾਈ ਦਾ ਐਡਾ ਵੱਡਾ ਫੈਨ ਸੀ, ਬਾਈ ਨੇ ਮੈਨੂੰ ਇਦਾਂ ਕਿਹਾ, ਤਾਂ ਉਹ ਕਹਿ ਦਿਆ ਕਰੇ ਤੂੰ ਟੈਨਸ਼ਨ ਨਾ ਲਿਆ ਕਰ, ਹੁਣ ਆਪਣਾ ਦੌਰ ਹੈ, ਸਭ ਮੱਚਦੇ ਆ ਆਪਣੇ ਤੋਂ। ਪਰ ਮੈਨੂੰ ਫੇਰ ਵੀ ਲੱਗਿਆ ਕਰੇ ਬਾਈ ਕੁਝ ਕਹਿਣਾ ਚਾਹੁੰਦਾ ਸੀ ਜੋ ਮੈਂ ਸਮਝ ਨਹੀਂ ਪਾ ਰਿਹਾ। ਖੈਰ ਉਸ ਟਾਈਮ ਹੋਰ ਹੀ ਬਹੁਤ ਰੌਲੇ ਸੀ। ਇੱਕ ਸ਼ਲਾਰੂ ਜਿਹੇ ਨੇ ਆਪਣੇ ਗਾਣੇ ਦਾ ਪੁੱਠਾ ਗਾਣਾ ਗਾਤਾ ਤੇ ਮੈਨੂੰ ਬੜਾ ਗੁੱਸਾ ਆਇਆ, ਕਿਉਂਕਿ ਅਸੀਂ ਤਾਂ ਕਦੇ ਕਿਸੇ ਤੋਂ ਕੋਈ ਗੱਲ ਸੁਣੀ ਹੀ ਨਹੀਂ ਸੀ। ਬਸ ਫੇਰ ਕੀ ਸੀ, ਮੈਂ ਆਪਣੇ ਮਿਊਜ਼ਿਕ ਵਾਲੇ ਨੂੰ ਗੱਲ ਦੱਸੀ। ਉਹ ਕਹਿੰਦਾ ਪਹਿਲਾਂ ਤਾਂ ਸਟੋਰੀਆਂ ਪਾ 5-6, ਇਹ ਲਿਖ ਕੇ ਕਿ ਹੇਟਰਸ ਸੜਦੇ ਆ, ਇਹ ਲਿਖ ਛੇਤੀ ਹੀ ਇਹਨਾਂ ਲਈ ਗੀਤ ਲੈ ਕੇ ਆਉਂਦੇ ਆ। ਮੈਨੂੰ ਕੁਝ ਨਾ ਸਮਝ ਲੱਗੇ ਵੀ ਹੋ ਕੀ ਰਿਹਾ, ਤਾਂ ਉਹ ਕਹਿੰਦਾ ਬਸ ਬਰੋ ਜੋ ਕਹਿਣਾ ਉਹ ਕਰੀ ਚਲੋ। ਮੈਂ ਵੀ ਡਰਿਆ ਕਰਾਂ ਵੀ ਮਸਾਂ ਸ਼ੋਹਰਤ ਹੱਥ ਆਈ ਆ, ਮੰਨ ਹੀ ਲੈਂਦੇ ਆ। ਤੇ ਫਿਰ ਉਹਦੇ ਕਹੇ ਤੇ ਉਹਦੇ ਰਿਪਲਾਈ 'ਚ ਇੱਕ ਗੀਤ ਕੱਢਿਆ ਤਾਂ ਲੋਕਾਂ ਨੇ ਸਾਡੀ ਲੜਾਈ ਦਾ ਬਹੁਤ ਚਰਚਾ ਕੀਤਾ। YouTube ਤੇ ਲੜਾਈ ਤਾਂ ਚੱਲ ਕਾਦੀ, ਇਹ ਤਾਂ ਸਾਲਾ ਫੋਨ ਤੇ ਗਾਲਾਂ ਕੱਢਣ ਨਾਲੋਂ ਵੀ ਸੌਖਾ ਕੰਮ ਸੀ ਗਾਣਾ ਕੱਢਣਾ। ਨਹੀਂ ਤਾਂ ਲੜਿਆ ਤਾਂ ਕਾਲਜ ਵੇਲੇ ਕਰਦੇ ਸੀ। ਇਹ ਲੜਾਈ 'ਚ ਤਾਂ ਭੋਰਾ ਸਵਾਦ ਨਹੀਂ ਸੀ, ਪਰ ਲੋਕਾਂ ਦੇ ਮੈਸੇਜ ਬਹੁਤ ਤੱਤੇ ਆਇਆ ਕਰਨ। ਬਾਈ ਚੱਕ ਦੇ ਹੇਟਰਸ ਨੂੰ ਜਵਾਬ ਦੇਣਾ, ਆਪਾਂ ਕਾਪੀ ਕੈਟ ਨੇ ਸਾਰੇ। ਮੈਂ ਕਿਹਾ ਕਰਾਂ ਵੀ ਜਦ ਇੰਨੀ ਜਨਤਾ ਕਹਿ ਰਹੀ ਆ, ਆਪਾਂ ਸਹੀ ਕੀਤਾ ਗਾਣਾ ਕੱਢ ਕੇ, ਤਾਂ ਮਿਊਜ਼ਿਕ ਵਾਲਾ ਸਹੀ ਹੀ ਸੀ ਆਪਣੀ ਜਗ੍ਹਾ। ਹੁਣ ਉਹ ਘੁੱਗੂ ਜਿਹਾ ਵੀ ਵਧੀਆ ਲੱਗਿਆ ਕਰੇ, ਬਾਂਦਰ ਜਿਹਾ ਉਂਝ ਠੀਕ ਕਹਿੰਦਾ ਸੀ। ਜਦ ਫੋਟੋ ਖਿੱਚਣੀ ਹੋਇਆ ਕਰੇ ਹੋਰ ਹੀ ਪੁੱਠੇ ਸਿੱਧੇ ਪੋਜ਼ ਦੇਣ ਲੱਗ ਜਾ ਕਰੇ। ਮੈਨੂੰ ਉਹਨੂੰ ਦੇਖ ਕੇ ਲੱਗਿਆ ਵੀ ਇਹ ਵੀ ਜ਼ਰੂਰੀ ਹੁੰਦਾ ਹੋਊ, ਸੋ ਪ੍ਰਧਾਨ ਆਪਾਂ ਵੀ ਲੱਗ ਗਏ ਉੱਦਾਂ ਹੀ ਡਰਾਮਾ ਜਿਹਾ ਕਰਨ। ਫਿਰ ਮੇਰਾ 1.5 ਸਾਲ ਬਾਅਦ ਜਦ ਕੰਪਨੀ ਨਾਲ ਕੰਟਰੈਕਟ ਮੁੱਕਿਆ, ਆਪਾਂ ਆਪਣੇ ਲੇਬਲ ਤੋਂ ਗਾਣਾ ਕੱਢਿਆ, ਸਮਾਨ ਰੈਕਡ। ਸਾਲਾ ਪਰ ਇੱਕ ਮਸਲਾ ਸੀ, ਕੋਈ ਦੇਖ ਰੇਖ ਕਰਨ ਵਾਲਾ ਚਾਹੀਦਾ ਸੀ। ਇੰਦਾ ਤਾਂ ਨਾ ਪੜ੍ਹਿਆ ਲਿਖਿਆ ਸੀ ਤੇ ਉਹ ਵੈਸੇ ਵੀ ਉਧਰ ਨਸ਼ੇ ਵੇਚਣ 'ਚ ਬਿਜ਼ੀ ਸੀ। ਫਿਰ ਮੈਂ 2-3 ਦਿਨ ਸੋਚਣ ਤੋਂ ਬਾਅਦ ਹੱਲ ਕੱਢਿਆ, ਕੋਈ ਬੰਦਾ ਇਹੋ ਜਿਹਾ ਚਾਹੀਦਾ ਜਿਹਦੇ 'ਚ ਜ਼ਰੂਰਤ ਵੀ ਹੋਵੇ, ਫਾਇਦਾ ਵੀ ਮੇਰਾ ਸੋਚੇ ਤੇ ਪੜ੍ਹਿਆ ਲਿਖਿਆ ਵੀ ਹੋਵੇ। ਇਹ ਤਿੰਨੋਂ ਚੀਜ਼ਾਂ ਮੇਰੇ ਹੋਸਟਲ ਵਾਲੇ ਯਾਰ ਟਾਈਗਰ 'ਚ ਸੀ। ਫਿਰ ਮੈਂ ਉਹਨੂੰ ਕਈ ਸਾਲ ਬਾਅਦ ਮੈਸੇਜ ਕੀਤਾ ਤਾਂ ਉਹਦਾ ਰਿਪਲਾਈ ਨਹੀਂ ਆਇਆ। ਜਦ ਫੋਨ ਕੀਤਾ ਉਹਦੀ ਮਾਂ ਨੇ ਚੱਕਿਆ। ਜਦ ਮੈਂ ਉਹਦੇ ਨਾਲ ਗੱਲ ਕਰਾਉਣ ਨੂੰ ਕਿਹਾ ਤਾਂ ਉਹਨੇ ਉਹਦਾ ਨਵਾਂ ਨੰਬਰ ਦਿੱਤਾ। ਉਹਦੇ ਫੋਨ ਤੇ ਫੋਨ ਲਾਇਆ ਤਾਂ ਪਤਾ ਲੱਗਿਆ ਸਰਦਾਰ ਜੀ ਅੱਜ ਕੱਲ੍ਹ ਕਾਲਜ ਪੜ੍ਹਾਉਣ ਲੱਗ ਪਏ ਨੇ। ਮੈਂ ਉਹਦਾ ਬੜਾ ਮਜ਼ਾਕ ਉਡਾਇਆ। ਉਹਨੂੰ ਕਿਹਾ ਵੀ ਕਿੰਨੀ ਕੁ ਤਨਖਾਹ ਆ ਤੇਰੀ? ਕਹਿੰਦਾ 20,000। ਮੈਂ ਉਹਨੂੰ ਦੱਸਿਆ ਇੰਨੇ ਕੁ ਤਾਂ ਮੇਰਾ ਬਾਡੀਗਾਰਡ ਇੱਕ ਸ਼ੋਅ 'ਤੇ ਲੈ ਲੈਂਦਾ। ਫਿਰ ਮੈਂ ਉਹਨੂੰ ਚੰਡੀਗੜ੍ਹ ਮਿਲਣ ਨੇ ਬੁਲਾਇਆ। ਜਦੋਂ ਉਹ ਆਇਆ ਤਾਂ ਮਿਲ ਕੇ ਬਹੁਤ ਖੁਸ਼ ਹੋਏ। ਪਹਿਲਾਂ ਸਾਰੀਆਂ ਯਾਦਾਂ ਤਾਜ਼ਾ ਕੀਤੀਆਂ ਕਿ ਕਿੰਨਾ ਸੋਹਣਾ ਟਾਈਮ ਸੀ ਸਾਡਾ ਹੋਸਟਲ ਦਾ। ਫਿਰ ਉਹਦੀਆਂ ਤੇ ਮੇਰੀਆਂ ਸਹੇਲੀਆਂ ਬਾਰੇ ਮਜ਼ਾਕ। ਤੇ ਫਿਰ ਜਦ ਮੈਂ ਕੱਢ ਕੇ ਕੂਲ ਬੁਲਾਈ ਤਾਂ ਕਹਿੰਦਾ ਇਹ ਕੀ ਬਾਈ? ਮੈਂ ਕਿਹਾ ਕੁਝ ਨਹੀਂ, ਬਹਿ ਜਾ ਕਦੇ ਕਦੇ ਕਰ ਲੈਣਾ। ਉਹ ਕਹਿੰਦਾ ਤੂੰ ਤਾਂ ਉਦੋਂ ਸਭ ਕੁਝ ਛੱਡ ਗਿਆ ਸੀ। ਤਾਂ ਮੈਂ ਉਹਨੂੰ ਕਿਹਾ ਵੀ ਯਾਰਾ ਛੱਡਿਆ ਸੀ ਜਿਹਦੇ ਪਿੱਛੇ ਜਦ ਉਹ ਗਈ ਤਾਂ ਸਭ ਦੁਬਾਰਾ ਹੱਥ ਤੇ ਰੱਖ ਗਈ। ਫਿਰ ਮੈਂ ਕਿਹਾ ਤੂੰ ਛੱਡ ਇਹਨਾਂ ਗੱਲਾਂ ਨੂੰ, ਇਹ ਦੱਸ ਮੇਰੇ ਲਈ ਕੰਮ ਕਰੇਂਗਾ? ਤਾਂ ਉਹ ਕਹਿੰਦਾ ਵੀ ਨਹੀਂ। ਮੈਂ ਬੜਾ ਹੈਰਾਨ ਹੋਇਆ ਤੇ ਉਹਨੂੰ ਕਿਹਾ ਕਿ ਤੇਰੇ ਬਿਨਾਂ ਮੈਨੂੰ ਕੋਈ ਲੁੱਟ ਕੇ ਖਾ ਜੂ ਸਾਲਿਆ। ਤਾਂ ਕਹਿੰਦਾ
ਕੰਮ ਤਾਂ ਕਰੂੰ, ਪਰ ਪਹਿਲਾਂ ਇਦਾਂ ਕਹਿ ਕਿ ਮੇਰੇ ਨਾਲ ਕੰਮ ਕਰੇਗਾ, ਇਹ ਨਹੀਂ ਕਿ ਮੇਰੇ ਲਈ ਕੰਮ ਕਰੇਗਾ। ਮੈਂ ਹੱਸ ਪਿਆ ਵੀ ਸਾਲਾ ਅੱਜ ਵੀ ਮਾੜਕੂ ਜੇ ਝਾਕੜ ਪੂਰੀ ਆ। ਫੇਰ ਕੀ ਸੀ, ਟਾਈਗਰ ਬਣ ਗਿਆ ਮੈਨੇਜਰ, ਆਪਾਂ ਸਿੰਗਰ। ਨਸ਼ਾ ਮੈਂ ਹੁਣ ਵੀ ਵੇਚਦਾ ਸੀ, ਉਹ ਕੰਮ ਮੇਰਾ ਹੁਣ ਇੰਦਾ ਹੀ ਸਾਂਭਦਾ ਸੀ। ਗਾਣੇ ਸਾਰੇ ਹਿੱਟ ਸੀ ਤੇ ਮੈਂ ਟਾਈਗਰ ਤੋਂ ਬਚਾ ਕੇ ਸਮਾਨ ਜਿਹਾ ਲਾ ਕੇ ਸੈੱਟ ਹੋ ਕੇ ਸਟੇਜਾਂ ਲਾਈ ਜਾਇਆ ਕਰਨੀਆਂ। ਗਾਉਣਾ ਬਾਬੇ ਨੇ ਸੁੱਖ ਨਾਲ ਕਦੇ ਖਰਾਬ ਨਹੀਂ ਸੀ ਕੀਤਾ। ਭੰਗੜੇ ਵਾਲੇ ਕੋਚ ਦੀਆਂ ਗੱਲਾਂ ਯਾਦ ਰਹਿੰਦੀਆਂ ਸੀ ਕਿ ਕਿਵੇਂ ਸੁਣਨ ਵਾਲੇ ਨੂੰ ਸਵਾਦ ਦਵਾਉਣਾ ਗਾਉਣ ਵੇਲੇ। ਬਸ ਸਭ ਘੈਂਟ ਚੱਲ ਰਿਹਾ ਸੀ। ਮੇਰੇ ਨਾਲ ਦੇ ਸਾਰਾ ਦਿਨ ਕਹਿੰਦੇ ਰਹਿੰਦੇ, ਫਲਾਣੀ ਕੁੜੀ ਤੁਹਾਡੀ ਫੈਨ ਆ, ਫਲਾਣੀ ਆ, ਉਹਨੇ ਮਿਲਣਾ। ਤਾਂ ਮੈਂ ਸ਼ਰਮਾ ਜਾਇਆ ਕਰਨਾ। ਵੈਸੇ ਮੈਂ ਕਾਫੀ ਕੁੜੀਆਂ ਨਾਲ ਰਿਲੇਸ਼ਨ 'ਚ ਰਿਹਾ ਸੀ, ਪਰ ਉਹ ਪਿਆਰ ਕੁਝ ਵੱਖਰਾ ਹੁੰਦਾ ਸੀ। ਜੋ ਇਹ ਮੇਰੇ ਨਾਲ ਦੇ ਕਹਿ ਰਹੇ ਸੀ, ਉਹ ਪਿਆਰ ਕੁਝ ਹੋਰ ਸੀ। ਤੇ ਮੇਰਾ ਡਰਾਈਵਰ ਕਹੀ ਜਾਇਆ ਕਰੇ, ਬਾਈ ਤੁਹਾਡੇ ਨਾਮ ਤੇ ਤਾਂ ਤੁਹਾਡੇ ਬੋਡੀਗਾਰਡ ਨੇ ਵੀ ਕਈ ਕੁੜੀਆਂ ਨਾਲ ਬਿਸਤਰ ਸਾਂਝੇ ਕਰ ਲਏ ਨੇ, ਤੁਸੀਂ ਕਿਉਂ ਨਹੀਂ ਇੰਜੋਏ ਕਰਦੇ? ਉਹਨੂੰ ਮੈਂ ਕੀ ਦੱਸਦਾ ਕਿ ਇਹ ਸਭ ਕਿੰਨਾ ਗਲਤ ਸੀ, ਕਿਉਂਕਿ ਜਦ ਕੋਈ ਕੁੜੀ ਸਾਡੀ ਫੈਨ ਹੁੰਦੀ ਹੈ ਤਾਂ ਉਸ ਤੋਂ ਪਵਿੱਤਰ ਕੁਝ ਨਹੀਂ ਹੁੰਦਾ। ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਗਾਇਕੀ ਦੇ ਗੁਣ ਸਿਖਾਉਣ ਵਾਲਾ ਉਸਤਾਦ ਮੇਰੀ ਇੱਕ ਮੁਹੱਲੇ 'ਚ ਰਹਿਣ ਵਾਲੀ ਕੁੜੀ ਹੀ ਸੀ। ਉਹ ਮੈਨੂੰ ਤਾਂ ਸਿਖਾਇਆ ਕਰੇ ਕਿਉਂਕਿ ਉਸਨੂੰ ਹਰਭਜਨ ਮਾਨ ਬਹੁਤ ਚੰਗਾ ਲੱਗਦਾ ਸੀ ਗਾਉਂਦਾ ਹੋਇਆ। ਉਹ ਕਿਹਾ ਕਰੇ ਕਿ ਮੇਰਾ ਵੀਰ ਵੱਡਾ ਹੋ ਕੇ ਹਰਭਜਨ ਮਾਨ ਬਣੂ। ਖੈਰ ਮੈਂ ਹਰਭਜਨ ਮਾਨ ਵਰਗਾ ਤਾਂ ਬਿਲਕੁਲ ਹੀ ਨਹੀਂ ਬਣਿਆ, ਪਰ ਗਾਉਣ ਜ਼ਰੂਰ ਲੱਗ ਪਿਆ ਸੀ। ਹੁਣ ਜੋ ਵੀ ਸੀ, ਇਹ ਪ੍ਰੇਰਨਾ ਤਾਂ ਇੱਕ ਫੈਨ ਨੇ ਹੀ ਮੇਰੇ ਅੰਦਰ ਭਰੀ ਸੀ। ਤੇ ਜੋ ਕੁਝ ਅੱਜ ਦੇ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰੇ ਤੇ ਚੰਗੀ ਗਾਇਕੀ ਦੇ ਜ਼ੋਰ ਦਿਖਾਉਣ ਵਾਲੇ ਆਪਣੀ ਫੀਮੇਲ ਫੈਨਸ ਨਾਲ ਕਰਕੇ ਛੱਡਦੇ ਹਨ, ਉਸ ਦੇ ਕੀ ਨਤੀਜੇ ਨਿਕਲਣਗੇ ਇਹ ਸੋਚ ਕੇ ਡਰ ਜਾਂਦਾ ਸੀ। ਅੱਜ ਤਾਂ ਮੈਨੂੰ ਮਾਣ ਹੈ ਕਿ ਮੇਰੀ ਉਹ ਮੂੰਹ ਬੋਲੀ ਭੈਣ ਕਿਸੇ ਦੀ ਫੈਨ ਹੈ, ਪਰ ਸ਼ਾਇਦ 10 ਜਾਂ 15 ਸਾਲ ਬਾਅਦ ਮੇਰੀ ਪਤਨੀ ਜਾਂ ਬੱਚੇ ਕਹਿਣ ਕਿ ਮੈਂ ਫਲਾਣੇ ਦੀ ਫੈਨ ਹਾਂ, ਤਾਂ ਮੇਰੇ ਅੰਦਰ ਡਰ ਜ਼ਰੂਰ ਆਉਣ ਲੱਗ ਜਾਣਾ ਹੈ ਕਿ ਕੋਈ ਗਲਤ ਕੰਮ ਨਾ ਹੋ ਜਾਵੇ। ਸੋ ਇਹ ਸੁਣ ਕੇ ਫੇਰ ਕਦੇ ਵੀ ਮੈਨੂੰ ਡਰਾਈਵਰ ਨੇ ਨਹੀਂ ਕਿਹਾ ਕਿ ਬਾਈ ਉਹਨੂੰ ਮਿਲ ਲਓ ਜਾਂ ਉਹਨੂੰ ਮਿਲ ਲਓ। ਫੇਰ ਬਸ ਦਿਨ ਬੀਤਦੇ ਗਏ। ਮੁੰਡੇ ਆਪਣੇ ਨਸ਼ੇ ਕਰ ਵੀ ਰਹੇ ਸੀ, ਨਸ਼ਿਆਂ ਵਾਲੇ ਗੀਤ ਸੁਣ ਵੀ ਰਹੇ ਸੀ। ਮੈਂ ਖੁਦ ਵੀ ਇਹੀ ਕੁਝ ਕਰ ਰਿਹਾ ਸੀ। ਸਾਰਾ ਪੰਜਾਬ ਹੀ ਇਸ ਚੀਜ਼ 'ਚ ਖੁਸ਼ ਸੀ ਸ਼ਾਇਦ। ਪਰ ਇੱਕ ਦਿਨ ਰਾਤੋਂ ਰਾਤ ਤਖਤਾ ਹੀ ਪਲਟ ਗਿਆ। ਮੇਰੇ ਨਸ਼ੇ ਕਾਰਨ 2 ਮੁੰਡੇ ਓਵਰਡੋਜ਼ ਨਾਲ ਮਰ ਗਏ। ਜਦ ਪੁਲਿਸ ਨੂੰ ਲਾਸ਼ਾਂ ਮਿਲੀਆਂ ਤਾਂ ਕੋਲ ਮੇਰੇ ਹੀ ਗੀਤ ਚੱਲ ਰਹੇ ਸੀ। ਅਗਲੇ ਦਿਨ ਦੀ ਅਖਬਾਰ ਨੇ ਮੇਰੀ ਫੋਟੋ ਲਾਈ ਤੇ ਉੱਤੇ ਵੱਡਾ ਲਿਖਿਆ, ਤਸਕਰ ਹੁਣ ਗਾਇਕ ਵੀ ਹਨ। ਤੇ ਬਹੁਤ ਫੋਨ ਆਏ। ਮੈਂ ਕੁਝ ਸੋਚਣ ਲੱਗਿਆ ਕਿ ਇਹ ਕੀ ਹੋ ਗਿਆ ਹੈ। ਮੈਂ ਬਸ ਚੁੱਪ ਹੋ ਗਿਆ। ਕੋਲ ਬੈਠਾ ਟਾਈਗਰ ਮੈਨੂੰ ਹੌਸਲਾ ਦੇ ਰਿਹਾ ਸੀ ਕਿ ਬਾਈ ਕੋਈ ਨਾ, ਕੁਝ ਦਿਨਾਂ 'ਚ ਹੀ ਮਾਮਲਾ ਠੰਡਾ ਹੋ ਜੂ। ਮੈਂ ਕਮਰੇ 'ਚ ਬਸ ਚੁੱਪ ਕਰਕੇ ਇਕੱਲਾ ਜਿਹਾ ਬਹਿ ਗਿਆ। ਤੇ ਜਦ ਮਾਂ ਦਾ ਫੋਨ ਆਇਆ ਤਾਂ ਧੜਕਣ ਹੋਰ ਤੇਜ਼ ਹੋ ਗਈ। ਚੁੱਕਣਾ ਤਾਂ ਪੈਣਾ ਹੀ ਸੀ। ਕੰਬਦੇ ਹੱਥਾਂ ਨਾਲ ਚੁੱਕਿਆ। ਅੱਗਿਓਂ ਆਵਾਜ਼ ਆਈ, ਕੀ ਗੱਲ ਘਬਰਾ ਕਿਉਂ ਗਿਆ? ਆਹੀ ਕੁਝ ਤਾਂ ਮੈਂ ਤੇਰੇ ਪਿਓ ਨੂੰ ਕਹਿੰਦੀ ਰਹੀ, ਉਹਨੇ ਤਾਂ ਸੁਣੀ ਨਹੀਂ। ਮੈਨੂੰ ਸੀ ਤੂੰ ਧਿਆਨ ਦੇਵੇਂਗਾ, ਪਰ ਕੋਈ ਨਾ ਪੁੱਤਰਾ, ਤੇਰਾ ਕਸੂਰ ਨਹੀਂ, ਸ਼ਾਇਦ ਮੇਰੀ ਹੀ ਪਰਵਰਿਸ਼ 'ਚ ਕਮੀ ਰਹਿ ਗਈ। ਮੇਰਾ ਘਰ ਵਾਲਾ ਤਾਂ ਬਸ ਤਸਕਰ ਹੀ ਸੀ, ਤੂੰ ਤਾਂ ਕਾਤਲ ਵੀ ਬਣ ਗਿਆ। ਸ਼ਾਬਾਸ਼ ਪੁੱਤ ਸ਼ਾਬਾਸ਼, ਅੱਜ ਤੇਰੀ ਮਾਂ ਦੇ ਮੋਢਿਆਂ ਤੇ ਫੀਤੀਆਂ ਦਾ ਰੈਂਕ ਵੱਧ ਗਿਆ ਆ। ਹੁਣ ਇਹ ਸਿਰਫ ਨਸ਼ਾ ਵੇਚਣ ਵਾਲੀ ਦੀ ਘਰ ਵਾਲੀ ਨਹੀਂ, ਇੱਕ ਕਾਤਲ ਦੀ ਮਾਂ ਵੀ ਹੈ। ਪਰ ਯਾਦ ਰੱਖੀ, ਹਾਲੇ ਵੀ ਸੰਭਲ ਜਾ, ਕੁਝ ਹੋਰ ਨਾ ਬੀਜ, ਛੱਡ ਦੇ ਮਾੜੀ ਖੇਤੀ। ਇਹ ਸਭ ਸੁਣ ਕੇ ਮੈਂ ਫੋਨ ਕੱਟ ਦਿੱਤਾ ਤੇ ਬਸ ਸੁੰਨ ਹੋ ਕੇ ਬੈਠਾ ਰਿਹਾ।